SHO ਨੇ ਕਿਹਾ ਯਾਰ ਇਹਦੇ 'ਚ ਨਾ ਤੇ ਸਿਰ ਨਜ਼ਰ ਆਉਂਦਾ ਪਿਆ ਤੇ ਨਾ ਬਾਜ਼ੂ ਨਜ਼ਰ ਆਉਂਦੇ ਨੇ ਪਏ, ਤੇ ਉਹ ਵੀ ਹਿੱਸਾ ਲੱਭੋ। ਉਹਨੇ ਆਵਾਮ ਦੇ ਸਾਹਮਣੇ ਉੱਥੇ ਗਈ ਜਗ੍ਹਾ ਤੇ ਉਹਨੇ ਅੱਜ ਮੈਂ ਇੱਥੇ ਛਾਪਰ ਸੁੱਟਿਆ, ਅੱਛਾ ਉਹ ਛਾਪਰ ਫਟ ਗਿਆ ਤੇ ਸਿਰ ਰੁੜਦਾ ਕਾਂ ਟੁਰ ਗਿਆ। ਮੌਤ ਬੰਦਾ ਮਰ ਜਾਂਦਾ, ਬਿਮਾਰ ਹੋ ਕੇ ਹੋਰ ਇਨਸਾਨ ਹੌਸਲਾ ਹੋ ਜਾਂਦਾ। ਇੱਕ ਤੁਹਾਡੇ ਸਾਹਮਣੇ ਲਾਸ਼ ਦੇ ਟੁਕੜੇ ਕੀਤੇ ਗਏ ਨੇ, ਉਹ ਚਿਹਰਾ ਜਲਾਇਆ ਗਿਆ, ਸਾਨੂੰ ਇਹ ਚੀਜ਼ ਪਹੁੰਚੀ ਨਹੀਂ ਮਿਲੇਗੀ। ਤੇ ਜਿਸਮ ਦੇ ਕਿੰਨੇ ਕੁ ਇਹਨਾਂ ਨੇ ਟੁਕੜੇ ਕੀਤੇ ਸੀ? ਵੇਖੋ ਜੀ, ਟੁਕੜੇ ਆਸਾਂ ਨਹੀਂ ਵੇਖੇ, ਸਾਡੀ ਹਿੰਮਤ ਨਹੀਂ ਸੀ ਵੇਖਣ ਦੀ। ਇੱਕ ਨਾ ਇੱਕ ਸੁੱਟਿਆ ਤਰੋੜਾ ਆਨ ਕਈ ਨਹੀਂ ਵਕਫੇ ਤੇ ਇੱਕ ਤਰੋੜਾ, ਇੱਕ ਦੀ ਆਵਾਜ਼ ਆਈ ਹੈ ਡਿੱਗਣ ਦੀ, ਇੱਕ ਦੀ ਆਵਾਜ਼ ਨਹੀਂ ਆਈ। ਮੈਂ ਆਵਾਜ਼ ਦਾ ਘਰ ਸੱਦਿਆ, ਮੈਂ ਗਿਆ ਵਾਂ ਤੇ ਇਹਨਾਂ ਮੈਨੂੰ ਤਰੋੜੇ ਫੜਾਏ ਨੇ, ਖਿੱਚ ਕੇ ਤਰੋੜੇ ਤੇ ਪਿੱਛੇ ਸੁੱਟੇ ਨੇ। ਹਾਂ, ਉਹ ਜੋ ਕੈਮਰੇ ਜਿਹੜੇ ਸਰਵਿੰਦਰ ਆਏ ਨਾ ਸੀ, ਲੇਕਿਨ ਜ਼ਾਰਾ 'ਚ ਨਜ਼ਰ ਨਹੀਂ ਆਈ ਬਿਲਕੁਲ, ਆਉਂਦੀ ਜਾਂਦੀ ਹੋਰ ਲੋਕ ਹੁੰਦੇ ਜਦੋਂ ਨਜ਼ਰ ਆਏ। ਜ਼ਾਰਾ ਨੂੰ ਉਹਨਾਂ ਨੇ ਉਸ ਟਾਈਮ ਤੇ ਮਾਰ ਦਿੱਤਾ ਹੋਇਆ ਸੀ, ਇਹੀ ਸਮਝੋ ਤੁਸੀਂ। ਉਹ ਜਿਸਲੇ ਮਤਲਬ ਕਿ ਫਿਰ ਉਹ ਅਬਦੁੱਲਾ ਮਸ਼ਕੂਕ ਹੋਇਆ ਨਾ ਜਿਸਲੇ, ਉਹ ਲੜਕਾ ਸਾਡਾ ਰਾਜ਼ੀਜ਼ ਸਿੰਘ ਨਾਲ ਇੰਸਪੈਕਟਰ, ਉਹ ਵੀ ਉਹਦਾ ਤਜਰਬਾ ਬੜਾ ਹੈ। ਠੀਕ ਹੈ। ਉਹਨੇ ਆਖਿਆ ਜੀ ਅਬਦੁੱਲਾ ਰਹਿਣਾ, ਉਹਨੇ ਫਿਰ ਥਾਣੇ ਕਾਲ ਕੀਤੀ, ਇਹਨੂੰ ਜਰਾ ਠੀਕ ਕਰੋ। ਜਿਉਂ ਹੀ ਉਹਨਾਂ ਨੂੰ ਠੀਕ ਕੀਤਾ, ਉਹਨਾਂ ਕਾਲ ਕੀਤੀ ਜੇ ਅਬਦੁੱਲਾ ਆਂਦਾ ਕਿ ਟੁਕੜੇ ਮੈਂ ਹੀ ਸੁੱਟ ਕੇ ਆਇਆ ਵਾਂ। ਅੱਛਾ, ਅਬਦੁੱਲਾ ਨੇ ਭਾਂਡਾ ਫੋੜਿਆ ਆਪਣੀ ਨਾਨੀ ਦਾ ਤੇ ਖਾਣਾ। ਉਹਨੇ ਮੇਰੇ ਆਵਾਜ਼ ਦਾ ਘਰ ਸੱਦਿਆ, ਮੈਂ ਗਿਆ ਵਾਂ ਤੇ ਇਹਨਾਂ ਮੈਨੂੰ ਤਰੋੜੇ ਫੜਾਏ ਨੇ, ਖਿੱਚ ਕੇ ਤਰੋੜੇ ਤੇ ਪਿੱਛੇ ਸੁੱਟੇ ਨੇ। ਹਾਂ, ਬੈਕ ਸਾਈਡ ਤੇ ਕੈਮਰੇ 'ਚ ਕੋਨੇ। ਹਾਂ ਬਿਲਕੁਲ ਠੀਕ ਹੈ। ਉਹ ਤੋਂ ਸੁੱਟ ਕੇ ਜਾ ਕੇ ਅਸੀਂ ਸੁੱਟ ਕੇ ਆਏ ਹਾਂ ਦੇਖ ਨਾਲਾ 'ਚ। ਅੱਛਾ। ਹਾਂ, ਇੱਕ ਨਾ ਇੱਕ ਸੁੱਟਿਆ ਤਰੋੜਾ ਆਨ ਕਈ ਨਹੀਂ ਵਕਫੇ ਤੇ ਇੱਕ ਤਰੋੜਾ, ਇੱਕ ਦੀ ਆਵਾਜ਼ ਆਈ ਹੈ ਡਿੱਗਣ ਦੀ, ਇੱਕ ਦੀ ਆਵਾਜ਼ ਨਹੀਂ ਆਈ। ਠੀਕ ਹੈ। ਤੇ ਜਿਸਮ ਦੇ ਕਿੰਨੇ ਕੁ ਇਹਨਾਂ ਨੇ ਟੁਕੜੇ ਕੀਤੇ ਸੀ? ਵੇਖੋ ਜੀ, ਟੁਕੜੇ ਆਸਾਂ ਨਹੀਂ ਵੇਖੇ, ਸਾਡੀ ਹਿੰਮਤ ਨਹੀਂ ਸੀ ਵੇਖਣ ਦੀ। ਜਿਨ੍ਹਾਂ ਨੇ ਵੇਖੇ ਜਾਂ ਜਿਨ੍ਹਾਂ ਨੇ ਇਕੱਠੇ ਕੀਤੇ, ਉਹਨਾਂ ਨੇ ਕੀ ਦੱਸਿਆ? ਇਕੱਠੇ ਤੇ ਉਹਨਾਂ ਹੀ ਕਰਕੇ ਵਿੱਚ ਪਾਏ ਨੇ ਨਾ। ਨਹੀਂ, ਜਦੋਂ ਰਿਕਵਰ ਹੋਏ ਜਦੋਂ ਹੋਏ ਨਾ, ਮੈਂ ਕਿ ਤਰੋੜਾ ਇੱਕ ਉਹਨਾਂ ਕੱਢਿਆ ਜਿਸ ਵੇਲੇ, ਉਹ ਐਂਬੂਲੈਂਸ ਆਈ, ਸੋਚ ਧਰੀ, ਉਹਨਾਂ ਤਰੋੜਾ ਧਰਿਆ। ਇੱਕ ਤਰੋੜਾ ਦੁਬਾਰਾ ਜਿਹੜਾ ਲੱਭਿਆ, ਮਤਲਬ ਉਹ ਵੀ ਉਸ ਸਾਡੇ ਸਾਹਮਣੇ ਨਹੀਂ ਖੋਲਿਆ ਉਹਨਾਂ ਕੋਈ ਵੀ। ਜ਼ਾਹਰ ਤੁਹਾਡੇ ਕੋਲ ਬਰਦਾਸ਼ਤ ਨਹੀਂ ਸੀ ਹੋਣਾ। ਉਹ ਤਰੋੜੇ ਜਿਹੇ ਦੋਵੇਂ ਮਿਲ ਗਿਆ ਨਾ, ਫਿਰ ਤਰੋੜੇ ਉੱਥੇ ਖੋਲੇ ਨੇ ਉਹਨਾਂ। ਫਿਰ SHO ਨੇ ਕਿਹਾ ਯਾਰ ਇਹਦੇ 'ਚ ਨਾ ਤੇ ਸਿਰ ਨਜ਼ਰ ਆਉਂਦਾ ਪਿਆ ਤੇ ਨਾ ਬਾਜ਼ੂ ਨਜ਼ਰ ਆਉਂਦੇ ਨੇ ਪਏ, ਤੇ ਉਹ ਵੀ ਹਿੱਸਾ ਲੱਭੋ। ਉਹ ਹਿੱਸਾ ਕਿੱਥੇ ਵੇ? ਉਹ ਕਾਫੀ ਦਫਾ ਟਰੇਸ ਕਰਦੇ ਰਹੇ ਨੇ, ਉੱਥੇ ਨਹੀਂ ਲੱਭਾ। ਤੇ ਫਿਰ ਉਹਨਾਂ ਤੁਸੀਂ ਚਲੇ ਜਾਓ ਤੇ ਅਸੀਂ ਦੁਬਾਰਾ ਕੋਸ਼ਿਸ਼ ਕਰਨੇ ਆ। ਲੇਕਿਨ ਉਹ ਤਕਰੀਬਨ ਫਿਰ ਮਤਲਬ ਕਿ ਵਾਪਸ ਆਏ ਨੇ ਉੱਥੋਂ। ਮੈਂ ਤੇ ਮੇਰਾ ਇੱਕ ਅਜ਼ੀਜ਼ ਹੋ ਰਹੀ, ਫਿਰ ਵਾਪਸ ਚਲੇ ਗਏ ਨਾਲ। ਕਿਤੇ ਸਕੂਨ ਇਨਸਾਨ ਨੂੰ ਮਿਲਦਾ। ਸਾਡੇ ਜਾਂਦਿਆਂ ਫਿਰ ਇੱਕ ਆਪਣਾ ਕਾਂਸਟੇਬਲ ਜਾਂ ਦੂਸਰੇ ਜਿਹੜੇ ਉੱਥੇ ਜਿਹੜੇ ਬੋਟ ਲੈ ਕੇ ਆਏ ਰਿਸਕਿਊ ਵਾਲੇ ਹਨ, ਉਹ ਸਾਰੇ ਉੱਥੇ ਖਲੋਤੇ ਨੇ, ਉਹ ਟਰੇਸ ਕਰ ਰਹੇ ਨੇ। ਕਾਫੀ ਦੂਰ ਤੱਕ ਟਰੇਸ ਕਰਦੇ ਗਏ ਨੇ ਉਹ, ਲੇਕਿਨ ਨਜ਼ਰ ਉਹਨਾਂ ਨੂੰ ਨਹੀਂ ਆਇਆ। ਉਹਨੂੰ ਫਿਰ ਦੁਬਾਰਾ ਫਿਰ ਉਹਨਾਂ ਨੇ ਲਿਆਂਦਾ, ਉਹਨੂੰ ਸੁਗਰਾ ਨੂੰ ਤਫਤੀਸ਼ ਕੀਤੀ ਉਹਦੀ। ਹਾਂ, ਫਿਰ ਲਿਆਂਦਾ, 10 ਜਾ ਕੇ ਤੇ ਸੁੱਟਿਆ ਆਈ ਮੇਰੇ ਸਾਹਮਣੇ। ਫਿਰ ਉਹ ਲੈ ਕੇ ਆਏ ਨੇ ਉੱਥੇ ਤਫਤੀਸ਼ੀ, ਉਹਨਾਂ ਥੱਲੇ ਤਾਰਿਆ। ਉਹਨੇ ਆਵਾਮ ਦੇ ਸਾਹਮਣੇ ਉੱਥੇ ਗਈ ਜਗ੍ਹਾ ਤੇ ਉਹਨੇ ਅੱਜ ਮੈਂ ਇੱਥੇ ਛਾਪਰ ਸੁੱਟਿਆ। ਅੱਛਾ। ਉਹ ਛਾਪਰ ਫਟ ਗਿਆ ਤੇ ਸਿਰ ਰੁੜਦਾ ਕਾਂ ਟੁਰ ਗਿਆ। ਇਹ ਵੀ ਝੂਠ ਤੁਹਾਨੂੰ ਦੱਸ ਰਹਾ ਨਾ। ਤੂੰ ਜਿੱਥੇ ਦੂਜਿਆਂ ਤੂੰ ਆਪਣਾ ਤਰੋੜਿਆਂ 'ਚ ਵੱਟੇ ਵੀ ਨਾ, ਉਹਨੇ ਬਕੌਲ ਸਾਂ ਕਿ ਮੈਂ ਜੋ ਟੁਕੜੇ ਕੀਤੇ ਨੇ ਵਿੱਚ ਨਾਲ ਵੱਟੇ ਵੀ ਪਾਏ ਨੇ ਤਾਂ ਕਿ ਲਾਸ਼ ਇਹ ਡੁੱਬ ਜਾਏ। ਹਾਂ, ਯਾਨੀ ਇਹ ਜ਼ੇਨ ਸੀ, ਪਰ ਕੀਤਾ ਵੀ ਉਹਨੇ ਨਹੀਂ ਸੀ। ਇਹਨਾਂ ਕੋਈ ਡਰਾਮਾ ਸ਼ਰਾਮਾ ਕੋਈ ਦੇਖਿਆ ਹੋਣਾ ਨਾ ਜਿਹਦਾ, ਕੋਈ ਸ਼ਾਇਦ ਕੋਈ ਜਿਹੜੀ ਕਹਾਣੀ ਬਣਾਈ ਸੀ। ਹਾਂ, ਉਹ ਬਾਕੀ ਵੀ ਜਦੋਂ ਉੱਥੇ ਇੰਸਪੈਕਟਰ ਨੇ ਖਿਲਾਇਆ ਤਾਂ ਵਿੱਚੋਂ ਇੱਟਾਂ ਨਿਕਲੀਆਂ ਸੀ। ਲੇਕਿਨ ਜਿੱਥੇ ਡੁੱਬੇ ਇਦੋਂ ਨਹੀਂ, ਉੱਥੇ ਪਾਣੀ ਥੋੜਾ ਸੀ ਤੇ ਇੱਕ ਤਰੋੜਾ ਸੀ ਜਿੱਥੇ ਗੰਦ ਜਿਹਾ ਪਿਆ ਹੁੰਦਾ, ਉੱਥੇ ਡਿੱਗ ਪਿਆ ਸੀ। ਹਾਂਜੀ, ਉਹ ਫਿਰ ਦੁਬਾਰਾ ਜਦੋਂ ਲਿਆਂਦਾ, ਉਹਨੂੰ ਮੈਂ ਇੱਥੇ ਸੁੱਟਿਆ ਤੇ ਉਹ ਹੈ ਸੀ ਕੋਈ ਨਾ ਉੱਥੇ। ਉਹ ਫਿਰ ਵਾਪਸ ਲੈ ਗਿਆ ਉਹਨੂੰ। ਅਸੀਂ ਫਿਰ ਉੱਥੋਂ ਉਦੋਂ ਤੱਕ ਸਿਰ ਨਹੀਂ ਸੀ ਮਿਲਿਆ। ਨਹੀਂ, ਅਸੀਂ ਆ ਗਏ, ਮਜਬੂਰ ਹੋ ਗਿਆ, ਕੀ ਕਰੀਏ ਹੁਣ ਯਾਰ। ਅਸੀਂ ਹਸਪਤਾਲ ਮੁਲਾਜ਼ਾ ਕਰਾਉਣ ਆ ਗਏ ਹਾਂ, ਇੱਥੋਂ ਆ ਕੇ ਹਸਪਤਾਲ ਆਏ ਹਾਂ। ਇੱਥੋਂ ਜਦ ਕਰਾ ਕਰੂ ਕੇ ਅਸੀਂ ਘਰ ਪਹੁੰਚੇ ਹਾਂ, ਬੈਠੇ ਆਣ ਕੇ ਸਾਨੂੰ 9 ਵਜੇ ਕਾਲ ਆ ਗਈ ਕਿ ਉਹ ਜੀ ਤੁਹਾਨੂੰ ਸਿਰ ਵੀ ਮਿਲ ਗਿਆ ਤੇ ਤੁਸੀਂ ਆਣ ਕੇ ਉਹ ਵੀ ਲੈ ਜਾਓ। ਜਨਾਜ਼ੇ ਤੋਂ ਪਹਿਲੇ? ਉਹ ਰਾਤ ਨੂੰ ਜਿੱਦੇ ਦਿਨ ਅਸੀਂ ਆਏ ਆ ਨਾ, ਉਸੇ ਰਾਤ ਨੂੰ 9 ਵਜੇ। ਠੀਕ ਹੈ। ਜਨਾਜ਼ਾ ਅੱਜ ਹੋਇਆ ਨਾ, ਕੱਲ੍ਹ ਰਾਤ ਨੂੰ ਅਸੀਂ ਘਰ ਪਹੁੰਚੇ ਹਾਂ ਤੇ ਅਸੀਂ ਉਹਨਾਂ ਜੋ ਵੀ ਮਿਲ ਗਿਆ। ਯਾਨੀ ਕਿ ਜਿਸਮ ਦੇ ਸਾਰੇ ਹਿੱਸੇ ਸਾਰੇ ਮਿਲ ਗਏ। ਹਾਂ, ਉਹਨਾਂ ਜੋ ਉਹਨੂੰ ਆਮ ਤਫਤੀਸ਼ ਕੀਤੀ ਜਿਵੇਂ ਕੀਤੀ ਉਹਨਾਂ, ਉਹ ਮਾਵਾਂ ਧੀਆਂ ਨਾਲ ਉਹਨਾਂ ਦੇ ਆਈਆਂ ਨੇ। ਉਹ ਜਿਸ ਜਗ੍ਹਾ ਤੋਂ ਸੁੱਟੇ ਹਨ ਉਸ ਤੋਂ ਹਟ ਕੇ ਦੂਰ 3-4 ਕਿਲੋਮੀਟਰ ਦੂਰ ਜਾ ਕੇ ਸੁੱਟੇ ਹਨ। ਕੁਛ ਹਿੱਸੇ ਕਿਸੇ ਜਗ੍ਹਾ ਤੇ ਸੁੱਟੇ ਨੇ, ਕੁਛ ਕਿਸੇ ਜਗ੍ਹਾ ਸੁੱਟੇ ਨੇ। ਉਹ ਉੱਥੇ ਜਾ ਕੇ ਮਾਵਾਂ ਧੀਆਂ ਨਾਲ ਲਿਆਂਦਾ ਤੇ ਉਹਨਾਂ ਉੱਥੋਂ ਨਾ ਛਾਪਾ ਕਰਕੇ ਦਿੱਤਾ, ਲਓ ਜੀ ਆ ਜੀ। ਤੇ ਸਿਰ ਦੀ ਕੀ? ਉਹ ਸਿਰ ਦੀ ਕੰਡੀਸ਼ਨ, ਇੱਕ ਬੈਗ 'ਚ ਸਿਰ
ਇੱਕ ਬੈਗ 'ਚ 3 ਮੋਬਾਈਲ ਸਨ ਜਿਹੜੇ ਉਹਨੇ ਪੈਕ ਕੀਤੇ ਹਨ ਬੱਚੀ ਦੇ, ਅੱਛਾ 3 ਮੋਬਾਈਲ। ਉਸ ਤੋਂ ਬਾਅਦ ਇੱਕ ਹਿੱਸੇ ਚੋਰਿਆ ਪੈਰ ਤੇ ਆ ਬਾਜ਼ੂ ਸਨ, ਉਹ ਵੱਖਰੇ ਪੈਕ ਕੀਤੇ ਨੇ। ਪੈਕ ਕਰਕੇ ਤਵਾਂ ਛੋਟੇ ਛੋਟੇ ਬੈਗਾਂ 'ਚ, ਫਿਰ ਇੱਕ ਵੱਡੇ ਬੈਗ 'ਚ ਉਹਨੂੰ ਪਾਇਆ ਉਹਨਾਂ ਉਹ ਫਿਰ ਜਦੋਂ ਉਹਨਾਂ ਅੰਕਲ ਜੀ ਇਹ ਸਾਰਾ ਐਡਾ ਵੱਡਾ ਜ਼ੁਲਮ ਕਰਦਿਆਂ ਆਇਆ, ਇਹਨਾਂ ਦੇ ਨਾਲ ਕੋਈ ਬੰਦਾ ਵੀ ਸ਼ਾਮਲ ਹੈ? ਵੇਖੋ ਜੀ, ਔਰਤ ਦੀ ਇੰਨੀ ਹਿੰਮਤ ਨਹੀਂ ਕਿ ਉਹ ਇੰਨਾ ਮਤਲਬ ਕਿ ਵੇਖੋ ਜੀ, ਔਰਤ ਦਾ ਅੱਜ ਤੱਕ ਤੁਸੀਂ ਸੁਣਿਆ ਹੋਣਾ ਡਾਕਟਰ ਜਿੰਨੇ ਵੀ ਆਪਰੇਸ਼ਨ ਡਾਕਟਰ ਕਰਦੇ, ਔਰਤ ਆਪਰੇਸ਼ਨ ਨਹੀਂ ਕਰ ਸਕਦੀ। ਹਾਂਜੀ, ਇਹਨਾਂ ਹੌਸਲਾ ਨਹੀਂ। ਲੇਕਿਨ ਇਹ ਔਰਤ ਵੇਖੋ ਜੀ ਨਹੀਂ ਇੰਨਾ ਮਲਬਸ ਹੈ ਆਦਮੀ ਕੋਈ ਜਿਹੜਾ ਮਤਲਬ ਕਿ ਇੰਨਾ ਹੌਸਲਾ ਹੈ ਉਸ ਬੰਦੇ ਦਾ, ਜਿਹਨੇ ਮਤਲਬ ਕਿ ਫਿਰ ਜੇ ਪਲਾਨਿੰਗ ਬਣਾਈ ਗਈ ਹੈ ਮਤਲਬ ਕਿ ਹਰ ਹਿੱਸੇ ਦੀ, ਜੇ ਨਾਲ ਬੰਦਾ ਮਲਬਸ, ਔਰਤ ਇੰਨੀ ਪਲਾਨਿੰਗ ਨਹੀਂ ਬਣਾ ਸਕਦੀ। ਕਿਉਂਕਿ ਅਸੀਂ ਉਹਨਾਂ ਦੇ ਪਿੰਡ ਦੇ ਵਿੱਚ ਗਏ ਨਾ, ਉਹਨਾਂ ਦੱਸਿਆ ਕਿ ਜੀ ਕੋਈ ਯਾਸਮੀਨ ਦਾ ਕਿਸੇ ਦੇ ਨਾਲ ਕੋਈ ਤਾਲੁਕ ਸੀ। ਇਹ ਤੇ ਜਦੋਂ ਉੱਥੇ ਪੁਲਿਸ ਵਾਲਿਆਂ ਨੇ ਉਹਨਾਂ ਦੀ ਇਨਕੁਆਇਰੀ ਕੀਤੀ ਹੈ ਨਾ, ਉੱਥੇ ਉਹਨਾਂ ਆ ਕੇ ਸਾਡੇ ਨਾਲ ਇੱਕ ਕੀ ਨਾਂ ਹੈ ਉਹਦਾ, ਸੋਨੀ ਨਾਮੀ ਬੰਦਾ ਹੈ, ਉਹ ਸਾਡੇ ਨਾਲ ਹੈ। ਸੋਨੀ ਨਾਮੀ ਬੰਦਾ ਉਸ ਪਿੰਡ ਦਾ ਨਹੀਂ, ਇਹ ਉਹਨਾਂ ਬਕੌਲ ਲਾਹੌਰ ਦਾ। ਅੱਛਾ, ਉਹ ਉੱਥੇ ਲੋਰੋਂ ਇੰਨਾ 150 ਕਿਲੋਮੀਟਰ ਦਾ ਸਫ਼ਰ ਕਰਕੇ ਇਹਨਾਂ ਤਲਕ ਅੱਗੇ ਵੀ ਆਉਂਦਾ। ਉੱਥੇ ਗਾਉਂ ਦੇ ਲੋਕਾਂ ਸਾਨੂੰ ਦੱਸਿਆ, ਪਿੰਡ ਦੇ ਗੋਲੀ ਮਾਰਲਿਆਂ ਲੋਕਾਂ ਕੋਲ ਬੰਦਾ ਇੱਥੇ ਆਉਂਦਾ ਰਹਿੰਦਾ। ਹਾਂਜੀ, ਆਉਂਦਾ ਬੰਦਾ ਹੀ ਹੈ ਜਿਹੜਾ ਕਸਾਈ ਨਵਾਂ ਦਰਿੰਦਾ ਆ ਕੇ ਜਿਹਨੇ ਟੁਕੜੇ ਕੀਤੇ ਨੇ। ਉਹ ਫੜਿਆ ਗਿਆ ਜੀ? ਅਸੀਂ ਉਦੋਂ ਥਾਣੇ ਸਾਂ ਜਦੋਂ ਉਹਨੇ ਨਾ ਬਕਿਆ ਕਿ ਉਹ ਸਾਡੇ ਨਾਲ ਹੈ, ਸਾਡੇ ਹੁੰਦੀ ਫਿਰ ਪੁਲਿਸ ਉਸ ਟਾਈਮ ਨਾਲ ਚਲੀ ਗਈ ਲਾਹੌਰ, ਹੁਣ ਅਰੈਸਟ ਕਰਕੇ ਉਹਨੂੰ ਲੈ ਆਂਦਾ ਉਹਨਾਂ। ਹੁਣ ਸਰ ਐਡਾ ਵੱਡਾ ਵਾਕਿਆ ਹੋ ਗਿਆ, ਬੇਟੀ ਦੁਨੀਆ ਤੇ ਵਾਪਸ ਨਹੀਂ ਆ ਸਕਦੀ। ਨਹੀਂ ਜੀ, ਬਿਲਕੁਲ। ਤੁਹਾਨੂੰ ਉਮੀਦ ਹੈ ਕਿ ਇਹ ਸਿਸਟਮ, ਇਹ ਨਕਾਰਾ ਸਿਸਟਮ ਤੁਹਾਡੀ ਧੀ ਨੂੰ ਇਨਸਾਫ ਦੇਗਾ? ਵੇਖੋ ਜੀ, ਮੈਂ ਆਏ ਦਿਨ ਅਖਬਾਰਾਂ ਤੇ ਵੀ ਮੀਡੀਆ ਦੇ ਵੇਂਦੇ ਨੇ, ਲੇਕਿਨ ਇਨਸਾਫ ਮਿਲਦਾ ਹੋਵੇ ਤਾਂ ਮੇਰਾ ਖਿਆਲ ਜੁਰਮ ਰੁਕ ਜਾਣ, ਅੱਗੋਂ ਲੋਕਾਂ ਦੀ ਹਿੰਮਤ ਨਾ ਪਵੇ। ਕਿਸੇ ਇੱਕ ਨੂੰ ਤੇ ਕੋਈ ਇਬਰਤ ਦਾ ਨਿਸ਼ਾਨ ਬਣਾਉਣਾ ਚਾਹੀਦਾ। ਕਿਸੇ ਇੱਕ ਨੂੰ ਬਣਾਉਣਾ ਚਾਹੀਦਾ। ਵੇਖੋ ਜੀ, ਹੁਣ ਇਹ ਵਾਕਿਆ ਹੋਇਆ ਨਾ, ਹੁਣ ਇਹ ਚਾਹਾਂ ਕਿੰਨਾ ਕੁ ਆਪਣਾ ਪੈਸਾ ਲਾਣਾ ਇਹਨੂੰ ਇਨਸਾਫ ਲੈਣ ਵਾਸਤੇ। ਬਿਲਕੁਲ, ਇਨਸਾਫ ਲੈਣ ਵਾਸਤੇ ਪੈਸਾ ਲਾਣਾ। ਇਨਸਾਫ ਲੈਣ ਇੱਕ ਤਾਂ ਸਾਡੀ ਬੇਟੀ ਚਲੀ ਗਈ ਹੈ, ਸਾਨੂੰ ਉਹ ਤਕਲੀਫ ਬਹੁਤ ਜ਼ਿਆਦਾ, ਸਾਨੂੰ ਇਹ ਦੁੱਖ ਸਾਨੂੰ ਭੁੱਲਣੇ ਨਹੀਂ ਸਾਰੀ ਉਮਰ ਹੀ। ਬਿਲਕੁਲ ਨਹੀਂ ਭੁੱਲਣਾ। ਇੱਕ ਵੇਖੋ ਜੀ, ਆਪਾਂ ਤਬੀ ਮੌਤ ਬੰਦਾ ਮਰ ਜਾਂਦਾ, ਬਿਮਾਰ ਹੋ ਕੇ ਹੋਰ ਇਨਸਾਨ ਨੂੰ ਹੌਸਲਾ ਹੋ ਜਾਂਦਾ। ਇੱਕ ਤੁਹਾਡੇ ਸਾਹਮਣੇ ਲਾਸ਼ ਦੇ ਟੁਕੜੇ ਕੀਤੇ ਗਏ ਨੇ, ਚਿਹਰਾ ਜਲਾਇਆ ਗਿਆ, ਸਾਨੂੰ ਇਹ ਚੀਜ਼ ਭੁੱਲਦੀ ਹੀ ਨਹੀਂ ਮਤਲਬ ਕਿ। ਇੱਕ ਹੁਣ ਆਪਣਾ ਇਨਸਾਫ ਲੈਣ ਸਾਨੂੰ ਬੜੀ ਦੌੜ ਲਾਉਣੀ ਪੈਣੀ ਹੈ ਹੁਣ ਸਾਬਤ ਕਰਨ ਵਾਸਤੇ। ਹਾਂਜੀ, ਬਿਲਕੁਲ। ਅਗਰ ਇਨਸਾਫ ਮਿਲਦਾ ਹੋਵੇ ਤਾਂ ਸਾਨੂੰ ਕ੍ਰਾਈਮ ਹੀ ਮੁੱਕ ਜਾਣ। ਐਸੇ ਹੀ ਹੈ। ਯੂਰਪ 'ਚ ਇੰਦਾ ਵਾਕਿਆ ਕਦੀ ਹੋਏ ਵੇਖੀ ਨਹੀਂ, ਉੱਥੇ ਕ੍ਰਾਈਮ ਹੋਵੇ ਤੇ ਉਸੇ ਤਾਂ ਇੱਕ ਬਿੱਲੀ ਮਰ ਜਾਣਾ ਉੱਥੇ ਹਕੂਮਤ ਨੂੰ ਵਕਤ ਪਿਆ ਹੁੰਦਾ। ਸੜਕ ਦੇ ਕਿਨਾਰੇ ਕੁੱਤਾ ਖਲੋ ਜਾਣਾ ਆਣ ਕੇ ਤੇ ਟ੍ਰੈਫਿਕ ਰੁਕ ਜਾਂਦੀ ਹੈ, ਪਹਿਲਾਂ ਗੁਜ਼ਰ ਰਵੇ। ਇੱਥੇ ਦੇਖੋ ਤੁਹਾਡੀ ਇੱਥੇ ਤਾਂ ਭਾਈ ਉੱਤੋਂ ਰੌਂਦ ਲੰਘ ਜਾਂਦੇ ਨੇ। नाज़रीन, आपने सारा मामला सुना और सारी गुफ्तगू और आंखों देखा हाल इन्होंने आपको बता दिया कि इनकी बेटी के साथ क्या हुआ। वो बेटी अब वापस नहीं आ सकती। इनका ये कहना है कि अगर इस मुल्क में कानून हो, देखें अगर हुकूमतें जो ईवानों में इस वक्त बैठी जो हमारे हुक्मरान हैं, वो अपने आप को बचाने के लिए रातों रात कानून बदल देते हैं, लेकिन इस तरह मासूम बेटियों के लिए, उनके तहफ़्फ़ुज़ के लिए आज तक किसी ने असम्बली में आवाज़ नहीं उठाई कि इन बेटियों के तहफ़्फ़ुज़ के लिए भी हमें कोई रात को ना सही दिन में किसी पहर में बैठकर हम कोई ऐसा कानून बना दें कि जिसकी सज़ा ऐसी हो कि कोई भी शख्स इस तरह का जुर्म करते हुए 1000 बार सोचे। ये एक छोटा सा गांव है और उस गांव में इस कदर सफाकियत की जो कहानी पहले बनाई गई, उसको लिखा गया, फिर उसको किस तरह से अमली जामा पहनाया गया। उस मासूम बेटी को क्या पता था जो 10 दिन पहले अपने बाप के साथ उस घर में गई थी, शायद उसे पता होता तो वो जाती ना, और आज वो अपने मासूम से बेटे के साथ अपने बाप के घर में मौजूद होती, और ना ये जालिम दरिंदे आज सलाखों के पीछे होते। आपसे दोबारा गुजारिश है, बिलखुसूस पुलिस के अफसरान से, क्योंकि ये एक आम शख्स की बेटी नहीं है, ये आपकी बेटी है, और आपने अब ये फ़ैसला करना है कि हमने अपनी बेटी को कैसे इंसाफ दिलाना है। इजाज़त चाहूँगा। अल्लाह निगहबान।